सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल ते इस बुलेटिन दा आगाज़ करन जा रहे एक वड्डी खबर दे नाल। न्यूज़ 18 दे नाल खास गलबात कीती है पंजाब दी सब तो वड्डी अफसर जी हां CS दे अहुदे उत्ते विराजमान विनी महाजन ने। सब तो वड्डी अफसर विनी महाजन दा बयान सामने आया ते वो सलाह दिंदे नजर आ रहे ने अफसरशाही नूं, अपने अफसरां नूं सलाह दिंदे नजर आ रहे ने। चीफ सकत्तर विनी महाजन ने सूबे दी अफसरशाही नूं सलाह दित्ती है ते उन्होंने कहा कि ਜਿਹੜੇ ਸਿਆਸਤਦਾਨ ਹੁੰਦੇ ਨੇ ਉਹਨਾਂ ਦੇ ਕੋਲ ਜ਼ਮੀਨੀ ਜਾਣਕਾਰੀ ਹੁੰਦੀ ਹੈ, ਜ਼ਮੀਨੀ ਪੱਧਰ ਦੀ ਜਾਣਕਾਰੀ ਹੁੰਦੀ ਹੈ। ਅਫਸਰ ਇਸ ਚੀਜ਼ ਨੂੰ ਜ਼ਰੂਰ ਸਮਝਣ। ਮੇਰੇ ਕਦੇ ਕਿਸੇ ਸਿਆਸਤ ਦੇ ਨਾਲ ਮਤਭੇਦ ਨਹੀਂ ਹੋਏ। ਸਿਸਟਮ ਨੂੰ ਠੀਕ ਕਰਨਾ ਮੇਰੀ ਪਹਿਲੀ ਕੋਸ਼ਿਸ਼ ਹੈ। ਰਾਤ 8 ਵਜੇ ਨਿਊਜ਼ 18 ਦੇ ਉੱਤੇ ਵਿਨੀ ਮਹਾਜਨ ਦੇ ਨਾਲ ਪੰਜਾਬ ਦੀ ਸਭ ਤੋਂ ਵੱਡੀ ਅਧਿਕਾਰੀ ਦੇ ਨਾਲ ਅਫਸਰ ਦੇ ਨਾਲ ਇਹ ਪੂਰੀ ਗੱਲਬਾਤ ਤੁਸੀਂ ਦੇਖ ਸਕੋਗੇ। ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲੇਗਾ ਜੋ ਅਫਸਰਸ਼ਾਹੀ ਦੇ ਨਾਲ ਜੁੜਿਆ ਹੋਇਆ ਹੈ। ਸਿਆਸਤਦਾਨ ਤੇ ਅਫਸਰਾਂ ਦੇ ਵਿਚਾਲੇ ਟਸਲ ਦੀਆਂ ਖਬਰਾਂ ਪੰਜਾਬ ਦੇ ਵਿੱਚ ਲਗਾਤਾਰ ਸੁਰਖੀਆਂ ਦੇ ਵਿੱਚ ਰਹੀਆਂ ਨੇ ਤੇ ਇਹਨਾਂ ਸਵਾਲਾਂ ਦੇ ਕੀ ਜਵਾਬ ਦਿੱਤੇ ਨੇ। ਹਾਲਾਂਕਿ ਉਹ ਸਲਾਹ ਜ਼ਰੂਰ ਦਿੰਦੇ ਨਜ਼ਰ ਆ ਰਹੇ ਨੇ ਵਿਨੀ ਮਹਾਜਨ ਤੇ ਸਿਆਸਤਦਾਨਾਂ ਦੇ ਕੋਲ ਜ਼ਮੀਨੀ ਜਾਣਕਾਰੀ ਹੁੰਦੀ ਹੈ। ਉਹਨਾਂ ਨੇ ਇਹ ਵੀ ਕਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਿਸਟਮ ਨੂੰ ਠੀਕ ਕਰਨਾ ਮੇਰੀ ਸਭ ਤੋਂ ਪਹਿਲੀ ਜਿਹੜੀ ਕੋਸ਼ਿਸ਼ ਹੋਵੇਗੀ, ਪ੍ਰਾਥਮਿਕਤਾ ਇਹੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਰਾਤ 8 ਵਜੇ ਅੱਜ ਰਾਤ 8 ਵਜੇ ਤੁਸੀਂ ਇਹ ਪੂਰੀ ਗੱਲਬਾਤ ਐਕਸਕਲੂਸਿਵ ਸੁਪਰ ਐਕਸਕਲੂਸਿਵ ਗੱਲਬਾਤ ਵਿਨੀ ਮਹਾਜਨ ਦੇ ਨਾਲ ਦੇਖ ਸਕੋਗੇ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਚੀਫ ਸਕੱਤਰ ਦੀ ਇਹ ਵੱਡੀ ਇੰਟਰਵਿਊ ਅੱਜ ਰਾਤ 8 ਵਜੇ। ਦੇ ਵਿੱਚ ਇਹ ਪਿਛਲੇ ਦਿਨਾਂ 'ਚ ਨਜ਼ਰ ਆਇਆ ਕਿ ਸਿਆਸਤਦਾਨਾਂ ਔਰ ਬਿਊਰੋਕ੍ਰੇਸੀ ਦੀ ਆਪਸ 'ਚ ਬਣਦੀ ਨਹੀਂ। ਕਈ ਥਾਵਾਂ ਤੇ ਸ਼ਿਕਾਇਤਾਂ ਸਿਆਸਤਦਾਨ ਕਰਦੇ ਨੇ। ਇਹ ਚੀਜ਼ਾਂ ਤੁਸੀਂ ਕਿਵੇਂ ਦੂਰ ਕਰੋਗੇ? ਮੈਨੂੰ ਲੱਗਦਾ ਹੈ ਕਿ ਸਿਆਸਤਦਾਨ ਵੀ ਪਬਲਿਕ ਇੰਟਰਸਟ ਵਿੱਚ ਸਿਆਸਤ 'ਚ ਆਉਂਦੇ ਨੇ, ਬਿਊਰੋਕਰੈਟ ਵੀ ਪਬਲਿਕ ਇੰਟਰਸਟ ਵਾਸਤੇ ਹੀ ਨੌਕਰੀ 'ਚ ਆਉਂਦੇ ਨੇ। ਸੋ ਦੋਨਾਂ ਦਾ ਇੰਟਰਸਟ ਇਹਨਾਂ ਦੇ ਅਲਾਈਨਡ ਹੈ। ਹਾਂ, ਜ਼ਰੂਰ ਦੇਖਣ ਦਾ ਨਜ਼ਰੀਆ ਕਈ ਵਾਰੀ ਅੱਡ-ਅੱਡ ਹੋ ਜਾਂਦਾ ਹੈ ਜਿਹਦੇ ਨਾਲ ਮਤਭੇਦ ਹੋ ਜਾਂਦੇ ਨੇ, ਲੇਕਿਨ ਜੋ ਸਿਆਸਤਦਾਨ ਜੋ ਗਰਾਊਂਡ ਲੈਵਲ ਨੌਲੇਜ ਜੋ ਉਹਨਾਂ ਦੀ ਹੈ ਕਿ ਲੋਕਾਂ ਨੂੰ ਕਿਸ ਚੀਜ਼ ਦੀ ਤਕਲੀਫ ਹੈ, ਕਿਸ ਚੀਜ਼ ਨੂੰ ਉਹ ਚਾਹੁੰਦੇ ਨੇ, ਉਹ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਹੀ ਅਹਿਮ ਇੱਕ ਨੌਲੇਜ ਹੈ ਜਿਹੜਾ ਅਫਸਰਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਔਰ ਉਸ ਨੂੰ ਮੱਦੇਨਜ਼ਰ ਰੱਖ ਕੇ ਆਪਣੀ ਕਾਰਗੁਜ਼ਾਰੀ, ਆਪਣੇ ਪਾਲਿਸੀਜ਼ 'ਤੇ ਉਸ ਦਾ ਪ੍ਰਭਾਵ ਲਿਆਉਣਾ ਚਾਹੀਦਾ ਹੈ। ਆਪਣੇ ਜੋ ਸਕੀਮਾਂ ਹੋਣ ਉਸ 'ਚ ਉਹਨਾਂ ਦੀ ਯੂਜ਼ ਕਰਨਾ ਚਾਹੀਦਾ ਹੈ। ਸੋ ਮੈਂ ਤਾਂ ਇਹ ਨਹੀਂ ਕਹਿ ਸਕਦੀ ਕਿ ਕਦੀ ਵੀ ਕਿਸੇ ਪੋਲੀਟੀਸ਼ੀਅਨ ਨਾਲ ਮੇਰੀ ਨਹੀਂ ਝੜਪ ਹੋਈ, ਪਰ ਝੜਪ ਤਾਂ ਪਰਿਵਾਰ ਦੇ ਵਿੱਚ ਵੀ ਹੋ ਜਾਂਦੀ ਹੈ, ਆਪਣੇ ਬੱਚਿਆਂ ਨਾਲ, ਮਾਪਿਆਂ ਨਾਲ, ਦੂਸਰੇ ਸਾਥੀ ਅਫਸਰਾਂ ਨਾਲ। ਸੋ ਛੁੱਟ-ਪੁੱਟ ਝੜਪਾਂ ਤਾਂ ਕਦੀ ਵੀ ਹੋ ਹੀ ਸਕਦੀਆਂ ਨੇ ਇੰਟਰਪਰਸਨਲ, ਕਦੀ ਗਲਤਫਹਿਮੀ ਕਰਕੇ, ਲੇਕਿਨ ਐਜ਼ ਅ ਗਰੁੱਪ ਮੇਰਾ ਖਿਆਲ ਹੈ ਆਮ ਤੌਰ 'ਤੇ ਪੋਲੀਟੀਸ਼ੀਅਨ ਔਰ ਬਿਊਰੋਕਰੈਟਸ ਇਕੱਠੇ ਚਲੇ ਨੇ। ਪੰਜਾਬ ਦੇ ਵਿੱਚ ਹਮੇਸ਼ਾ ਤੋਂ ਇਹ ਸਟਰੈਂਥ ਰਹੀ ਹੈ ਕਿ ਆਫਿਸਰਸ ਐਂਡ ਮਿਨਿਸਟਰਸ ਹੋਣ, ਚਾਹੇ MLAs ਹੋਣ, ਚਾਹੇ ਦੂਸਰੇ, ਉਹ ਹਮੇਸ਼ਾ ਅੱਛੇ ਤਰੀਕੇ ਦੇ ਨਾਲ ਆਪਣਾ ਜੁਆਇੰਟਲੀ ਪਬਲਿਕ ਇੰਟਰਸਟ ਵਿੱਚ ਉਹਨਾਂ ਨੇ ਕੰਮ ਕੀਤਾ ਐਂਡ ਆਈ ਐਮ ਸ਼ੋਰ ਕੰਮ ਇਸੇ ਤਰ੍ਹਾਂ ਅਸੀਂ ਕਰਦੇ ਰਹਾਂਗੇ ਸਕੇ ਕੋਵਿਡ ਨਾਲ ਲੜਨ ਲਈ। ਤੁਸੀਂ ਪੂਰੀ ਗੱਲਬਾਤ ਤੁਸੀਂ ਸੁਣ ਸਕੋਗੇ ਰਾਤ 8 ਵਜੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਸਾਡੇ ਸਹਿਯੋਗੀ ਪੰਕਜ ਕਪਾਹੀ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਐਕਸਕਲੂਸਿਵ ਇੰਟਰਵਿਊ ਕੀਤਾ ਹੈ ਤੇ ਇਸ ਸਮੇਂ ਫੋਨ ਲਾਈਨ ਤੇ ਪੰਕਜ ਸਾਡੇ ਨਾਲ ਜੁੜ ਵੀ ਚੁੱਕੇ ਨੇ। ਪੰਕਜ, ਜਦੋਂ ਅਸੀਂ ਸਿਆਸਤਦਾਨਾਂ ਤੇ ਅਫਸਰਾਂ ਦਾ ਜ਼ਿਕਰ ਕਰਦੇ ਹਾਂ ਤੇ ਕਾਂਗਰਸ ਦੇ ਵੀ ਕਈ ਵਿਧਾਇਕ ਸਵਾਲ ਚੁੱਕ ਚੁੱਕੇ ਨੇ ਅਫਸਰਸ਼ਾਹੀ ਦੇ ਉੱਤੇ ਕਿ ਅਫਸਰ ਸਾਡੀ ਸੁਣਦੇ ਨਹੀਂ। ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਇਹ ਵੀ ਸਵਾਲ ਚੁੱਕ ਚੁੱਕੇ ਨੇ। ਕੀ ਕੁਝ ਗੱਲਬਾਤ ਹੋਈ ਹੈ, ਕੀ ਕੁਝ ਰਾਤ 8 ਵਜੇ ਸਾਡੇ ਦਰਸ਼ਕਾਂ ਨੂੰ ਇਸ ਪੂਰੇ ਮੁੱਦੇ ਉੱਤੇ ਗੱਲਬਾਤ ਸੁਣਨ ਨੂੰ ਮਿਲੇਗੀ, ਕੀ ਕੁਝ ਵਿਨੀ ਮਹਾਜਨ ਦਾ ਇਸ ਪੂਰੇ ਮਾਮਲੇ 'ਚ ਰੁਝਾਨ ਰਹੇਗਾ ਕਿਉਂਕਿ ਹੁਣ ਉਹਨਾਂ ਨੇ ਨਵਾਂ ਚੀਫ ਸਕੱਤਰ ਦਾ ਅਹੁਦਾ ਸੰਭਾਲਿਆ ਹੈ? ਬਿਲਕੁਲ ਗੌਰਵ, ਕਿਉਂਕਿ ਵਿਨੀ ਮਹਾਜਨ ਨੇ ਉਸ ਵੇਲੇ ਇਹ ਚਾਰ ਸੰਭਾਲਿਆ ਜਦੋਂ ਇੱਕ ਚੀਫ ਸੈਕਟਰੀ ਦੀ ਕੁਰਸੀ ਇਸ ਕਰਕੇ ਜਾਣ ਦੀ ਵੀ ਵਜ੍ਹਾ ਰਹੀ ਜਦੋਂ ਵਿਵਾਦ ਲਗਾਤਾਰ ਭਖ ਰਿਹਾ ਸੀਗਾ ਕਿ ਵਿਧਾਇਕ, ਕਾਂਗਰਸ ਦੇ ਮੰਤਰੀ ਜਿਹੜੇ ਨੇ ਉਹ ਚੀਫ ਸੈਕਟਰੀ ਕਰਨ ਅਵਤਾਰ ਦੇ ਖਿਲਾਫ ਹੋ ਰਹੇ ਸੀਗੇ। ਔਰ ਇਹ ਪਹਿਲੀ ਵਾਰ ਨਹੀਂ ਸੀਗਾ ਕਿ ਚੀਫ ਸੈਕਟਰੀ ਦੇ ਖਿਲਾਫ ਮੋਰਚਾ ਕਾਂਗਰਸ ਦੇ ਵਿਧਾਇਕਾਂ ਨੇ ਖੋਲਿਆ ਹੋਵੇ। ਇਸ ਤੋਂ ਪਹਿਲਾਂ ਬਹੁਤ ਸਾਰੇ ਹੋਰ ਵੀ ਜਿਹੜੇ ਅਫਸਰ ਨੇ, ਅਫਸਰਸ਼ਾਹੀ ਇਹ ਕਿਹਾ ਜਾਂਦਾ ਕਿ ਕਾਂਗਰਸ ਦੇ ਉੱਤੇ, ਕਾਂਗਰਸ ਸਰਕਾਰ ਦੇ ਉੱਤੇ ਭਾਰੀ ਰਹਿੰਦੀ ਹੈ। ਤਾਂ ਇਸ ਮੁਤਲਕ ਕੀ ਚੀਫ ਸਕੱਤਰ ਦਾ ਜਿਹੜਾ ਪਲਾਨ ਹੈ ਤਾਂ ਕਿ ਇਹ ਵਿਵਾਦ, ਇਹ ਉਲਝਣਾਂ ਜਿਹੜੀਆਂ ਨੇ ਉਸ ਨੂੰ ਖਤਮ ਕੀਤੀਆਂ ਜਾਣ, ਇਹ ਰਾਤ 8 ਵਜੇ ਇਸ ਮੁਤਲਕ ਜਾਣਕਾਰੀ ਜਿਹੜੀ ਹੈ ਵਿਨੀ ਮਹਾਜਨ ਨਿਊਜ਼ 18 ਤੇ ਦੇਣਗੇ। ਔਰ ਇਸ ਦੇ ਨਾਲ
ਪੰਜਾਬ 'ਚ ਕਦੋਂ ਕੋਰੋਨਾ ਜਿਹੜਾ ਵਾ ਉਹ ਪੀਕ ਤੇ ਆਏਗਾ ਔਰ ਇਸ ਮੁਤਲਕ ਪੰਜਾਬ ਸਰਕਾਰ ਦੀ ਕੀ ਰੋਡ ਮੈਪ ਹੈ, ਇਸ ਮੁਤਲਕ ਵੀ ਜਾਣਕਾਰੀ ਜਿਹੜੀ ਹੈ ਉਹ ਵਿੰਨੀ ਮਹਾਜਨ ਦੇਣਗੇ। ਕਿਉਂਕਿ ਵਿੰਨੀ ਮਹਾਜਨ ਬਕਾਇਦਾ ਤੌਰ ਤੇ ਡਾਕਟਰ ਮਨਮੋਹਨ ਸਿੰਘ ਦੀ ਜਦੋਂ ਕੇਂਦਰ ਦੇ ਵਿੱਚ ਸਰਕਾਰ ਸੀ ਉਦੋਂ ਪ੍ਰਧਾਨ ਮੰਤਰੀ ਕਾਰਜਕਾਲ 'ਚ ਵੀ ਕੰਮ ਕਰ ਚੁੱਕੇ ਨੇ। ਉਹਨਾਂ ਦਾ ਆਪਣਾ ਇੱਕ ਤਜਰਬਾ ਹੈ। 2022 ਤੱਕ ਇਸ ਵੇਲੇ ਜਿਹੜੇ ਨੇ ਉਹ ਚੀਫ ਸਕੱਤਰ ਬਣਾਏ ਗਏ ਨੇ, ਉਹਨਾਂ ਨੂੰ 1987 ਬੈਚ ਦੇ ਨੇ। ਤਾਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੰਡਸਟਰੀ ਆਏਗੀ, ਜਦੋਂ ਚਾਈਨਾ ਦੀ ਗੱਲ ਕੀਤੀ ਜਾ ਰਹੀ ਕਿ ਚਾਈਨਾ ਤੋਂ ਮੋਹ ਜਿਹੜਾ ਉਹ ਦੁਨੀਆ 'ਚ ਭੰਗ ਹੋਏਗਾ, ਸਰਕਾਰ ਦਾ ਕੀ ਕੁਝ ਰੋਡ ਮੈਪ ਹੈ ਉਸ ਮੁਤਲਕ ਵੀ ਜਾਣਕਾਰੀ ਦੇਣਗੇ। ਔਰ ਸਭ ਤੋਂ ਅਹਿਮ ਇਹ ਹੈ ਕਿ ਪਲਾਜ਼ਮਾ ਬੈਂਕ ਕਿਸ ਤਰੀਕੇ ਦੇ ਨਾਲ ਤਿਆਰ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ, ਇਸ ਮੁਤਲਕ ਵੀ ਜਾਣਕਾਰੀ ਜਿਹੜੀ ਹੈ ਉਹ ਦੇਣਗੇ। ਔਰ ਗੌਰਵ, ਸਭ ਤੋਂ ਅਹਿਮ ਇਹ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਸਰਕਾਰੀ ਦਫ਼ਤਰ ਦੇ ਵਿੱਚ ਸਰਕਾਰੀ ਅਫਸਰ ਜਿਹੜੇ ਨੇ ਉਹ ਆਮ ਲੋਕਾਂ ਦੀ ਸ਼ਿਕਾਇਤ ਨਹੀਂ ਸੁਣਦੇ ਔਰ ਬਹੁਤ ਸਾਰੀਆਂ ਅਜਿਹੀਆਂ ਸਿਫਾਰਸ਼ਾਂ ਜਿਹੜੀਆਂ ਨੇ ਉਹ ਵੱਡੇ ਅਫਸਰਾਂ ਕੋਲ ਆਉਂਦੀਆਂ ਨੇ ਜਾਂ ਮੰਤਰੀ ਕੋਲ ਆਉਂਦੀਆਂ ਨੇ। ਤਾਂ ਉਸ ਮੁਤਲਕ ਵੀ ਇੱਕ ਅਹਿਮ ਰੋਡ ਮੈਪ ਜਿਹੜਾ ਵਾ ਉਹ ਪੰਜਾਬ ਸਰਕਾਰ ਤਿਆਰ ਕਰਨ ਜਾ ਰਹੀ ਹੈ। ਉਸ ਮੁਤਲਕ ਵੀ ਖੁੱਲ ਕੇ ਗੱਲਬਾਤ ਤਾਂ ਸੁਪਰ ਐਕਸਕਲੂਸਿਵ ਇੰਟਰਵਿਊ ਅੱਜ ਰਾਤ 8 ਵਜੇ ਤੁਸੀਂ ਦੇਖ ਸਕਦੇ ਹੋ ਨਿਊਜ਼ 18 ਪੰਜਾਬ ਦੇ ਉੱਤੇ। ਪੰਜਾਬ ਦੇ ਅਫਸਰਾਂ ਦਾ ਸਭ ਤੋਂ ਵੱਡਾ ਅਹੁਦਾ ਹੁੰਦਾ ਚੀਫ ਸਕੱਤਰ, ਉਸ ਦੇ ਉੱਤੇ ਤੈਨਾਤ ਨੇ ਇਸ ਸਮੇਂ ਚੀਫ ਸਕੱਤਰ ਬਣੇ ਨੇ ਵਿੰਨੀ ਮਹਾਜਨ। ਵਿੰਨੀ ਮਹਾਜਨ ਪੰਜਾਬ ਡੀਜੀਪੀ ਜਿਹੜੇ ਹੈਗੇ ਨੇ, ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਉਹਨਾਂ ਦੀ ਪਤਨੀ ਨੇ। ਤਾਂ ਇੱਕ ਵੱਡਾ ਚੈਲੰਜ ਜ਼ਰੂਰ ਉਹਨਾਂ ਦੇ ਲਈ ਵੀ ਹੈ। ਕਰਨ ਅਵਤਾਰ ਸਿੰਘ ਦੀ ਜਗ੍ਹਾ ਉਹਨਾਂ ਨੂੰ ਸੀਐਸ ਲਗਾਇਆ ਗਿਆ। ਹਾਲ ਹੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ। ਉਸ ਤੋਂ ਬਾਅਦ ਉਹਨਾਂ ਨੇ ਅਹੁਦਾ ਸੰਭਾਲਿਆ ਤੇ ਪਹਿਲਾ ਇੰਟਰਵਿਊ ਹੈ ਸੀਐਸ ਦੇ ਅਹੁਦੇ ਨੂੰ ਸੰਭਾਲਣ ਤੋਂ ਬਾਅਦ। ਇਹ ਪਹਿਲਾ ਇੰਟਰਵਿਊ ਹੈ ਵਿੰਨੀ ਮਹਾਜਨ ਦਾ। ਉਹਨਾਂ ਨੇ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ ਹੈ ਐਕਸਕਲੂਸਿਵ, ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਸਵਾਲ ਦਾ ਜਵਾਬ ਅਸੀਂ ਲੈ ਸਕੀਏ। ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਬਰਗਾੜੀ ਮਾਮਲੇ ਦੇ ਨਾਲ ਜੁੜਿਆ ਹੋਇਆ ਅਗਲਾ ਮਾਮਲਾ। ਬਰਗਾੜੀ ਮਾਮਲੇ ਦੇ ਵਿੱਚ ਫਿਲਹਾਲ ਜਾਰੀ ਰਹੇਗੀ ਐਸਆਈਟੀ ਦੀ ਜਾਂਚ। ਜੀ ਹਾਂ, ਸੀਬੀਆਈ ਦੀ ਪਟੀਸ਼ਨ ਦੇ ਉੱਤੇ ਅੱਜ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਮੋਹਾਲੀ ਕੋਰਟ ਦੇ ਵਿੱਚ ਕਰੀਬ 2 ਘੰਟੇ ਸੁਣਵਾਈ ਚੱਲੀ। ਸੀਬੀਆਈ ਤੇ ਸਰਕਾਰ ਦੋਵਾਂ ਨੇ ਆਪਣਾ ਪੱਖ ਰੱਖਿਆ। ਹੁਣ 20 ਜੁਲਾਈ ਨੂੰ ਮੁੜ ਤੋਂ ਮਾਮਲੇ ਦੀ ਸੁਣਵਾਈ ਹੋਵੇਗੀ। ਐਸਆਈਟੀ ਦੀ ਜਾਂਚ ਰੋਕਣ ਦੇ ਲਈ ਸੀਬੀਆਈ ਨੇ ਦਾਖਲ ਕੀਤੀ ਹੈ ਪਟੀਸ਼ਨ ਤੇ ਸੀਬੀਆਈ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਪੂਰੇ ਕੇਸ ਦੀ ਤਾਂ ਫਾਈਲਾਂ ਸਾਡੇ ਕੋਲ ਆ, ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ, ਅਸੀਂ ਹੈਂਡਓਵਰ ਕੀਤਾ ਹੀ ਨਹੀਂ। ਹੁਣ ਅੱਗੇ ਵਧਦੇ ਹਾਂ ਤੇ ਲੈ ਕੇ ਚੱਲਦੇ ਹਾਂ ਬਿਕਰਮ ਮਜੀਠੀਆ ਇਸ ਸਮੇਂ ਪ੍ਰੈਸ ਕਾਨਫਰੰਸ ਕਰ ਰਹੇ ਨੇ। ਸਿੱਧਾ ਉਹਨਾਂ ਦੀ ਪ੍ਰੈਸ ਕਾਨਫਰੰਸ ਦਾ ਰੁਖ ਕਰਾਂਗੇ ਕਿ ਜਿਹੜੇ ਆਸ਼ਾ ਵਰਕਰਸ ਹੋ ਗਈਆਂ, ਫਾਰਮਾਸਿਸਟ ਹੋ ਗਏ, ਅੱਜ ਵੀ ਉਹਨਾਂ ਦੀ ਖਬਰ ਲੱਗੀ ਹੈ, ਜਿਹੜੀ ਡੇਲੀ ਗਰਾਊਂਡ ਵਰਕ ਕਰ ਰਹੇ ਆ, ਸਾਡੇ ਹੈਲਥ ਵਾਰੀਅਰਸ ਘਰ ਘਰ ਜਾ ਰਹੇ ਆ, ਉਹਨਾਂ ਨਾਲ ਵਾਅਦਾ ਸੀ ਸਰਕਾਰ ਦਾ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ। ਉਹਨਾਂ ਨਾਲ ਵਾਅਦਾ ਸੀ ਸਰਕਾਰ ਦਾ ਕਿ ਜੋ ਉਹਨਾਂ ਨੇ ਡਿਮਾਂਡਾਂ 2017 ਚ ਖਜ਼ਾਨਾ ਮੰਤਰੀ ਸਾਹਿਬ ਅੱਗੇ ਰੱਖੀਆਂ ਸਨ, ਮੁੱਖ ਮੰਤਰੀ ਸਾਹਿਬ ਅੱਗੇ ਰੱਖੀਆਂ ਸਨ, ਉਹਨਾਂ ਨੂੰ ਇਹ ਕਿਹਾ ਗਿਆ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਮੈਨੀਫੈਸਟੋ ਰਿਲੀਜ਼ ਕੀਤਾ, ਉਸ ਮੈਨੀਫੈਸਟੋ 'ਚ ਕਿ ਪਹਿਲੀ ਕੈਬਨਿਟ 'ਚ ਤੁਹਾਨੂੰ ਕੱਚਿਆਂ ਤੋਂ ਪੱਕੇ ਔਰ ਤੁਹਾਡੀ ਆਸ਼ਾ ਵਰਕਰ ਦੀਆਂ ਸਾਰੀਆਂ ਡਿਮਾਂਡ, ਫਾਰਮਾਸਿਸਟ ਦੀਆਂ ਸਾਰੀਆਂ ਡਿਮਾਂਡ, ਡਾਕਟਰ ਦੀਆਂ ਕੰਟਰੈਕਚੁਅਲ ਸਾਰੀਆਂ ਡਿਮਾਂਡਸ, ਇਹ ਸਾਰੀਆਂ ਮੀਟ ਹੋਣਗੀਆਂ। ਇੱਕ ਪਾਸੇ ਜਿਹੜੇ ਫਰੰਟ ਲਾਈਨ ਤੇ ਸਾਡੇ ਕੋਵਿਡ ਵਾਰੀਅਰਸ, ਉਹ ਜਿਹੜੇ ਇੰਟਰਨਸ ਨੇ, ਡਾਕਟਰਸ ਜਿਨ੍ਹਾਂ ਦੀ ਹੁਣੇ ਪਿਛਲੇ ਸਮੇਂ ਉਹਨਾਂ ਨੂੰ ਵੀ ਮਾਰ ਮਾਰੀ ਸੀ, MBBS ਦੀਆਂ ਫੀਸਾਂ ਪੰਜਾਬ 'ਚ ਸਭ ਤੋਂ ਵੱਧ ਕਰਤੀਆਂ 8 ਲੱਖ ਰੁਪਈਆ, ਤੇ ਉਹਨਾਂ ਦੀ ਇੰਟਰਨਸ ਦਾ ਜਿਹੜਾ ਸਟਾਈਪੈਂਡ ਹੈ ਉਹ ਸਭ ਤੋਂ ਘੱਟ, ਉਹਨਾਂ ਦੇ ਵੱਖਰੇ ਮੁੱਦੇ, ਮਗਰ ਉਹਨਾਂ ਵੱਲ ਕੋਈ ਧਿਆਨ ਨਹੀਂ। ਖਜ਼ਾਨੇ ਨੂੰ ਲੁੱਟਣਾ ਕਿਵੇਂ ਔਰ ਖਜ਼ਾਨੇ 'ਚੋਂ ਠੱਗੀ ਕਿਵੇਂ ਮਾਰਨੀ, ਅੱਜ ਉਹਦਾ 2-3 ਉਦਾਹਰਨ ਮੈਂ ਲੈ ਕੇ ਆਇਆ। ਇੱਕ ਤਾਂ ਅੱਜ ਖਬਰ ਲੱਗੀ ਹੈ ਕਿ 17 ਇਨੋਵਾ ਗੱਡੀਆਂ ਲੈ ਲੀਆਂ ਨੇ ਤੇ ਵੰਡਤੀਆਂ ਨੇ, 5 ਹੋਰ ਲੈ ਲਿਆ। ਜੇ ਉਹਨਾਂ ਦਾ ਸਾਰਾ ਹਿਸਾਬ ਲਵਾਓ, 5.5 ਕਰੋੜ ਰੁਪਈਆ ਹੈਲਥ ਦੇ ਕਿਸੇ ਕੰਮ ਲਈ ਨਹੀਂ ਦਿੱਤਾ, ਮਗਰ ਉੱਥੇ ਖਰਚ ਕਰਤਾ। ਔਰ ਵੱਡੀ ਠੱਗੀ ਵੇਖੋ, ਜਿਹੜਾ ਇੱਕ ਵਜ਼ੀਰ ਸਾਹਿਬ ਕਹਿੰਦੇ ਕਿ ਮੇਰੇ ਤੋਂ ਇਮਾਨਦਾਰ ਕੋਈ ਹੈ ਨਹੀਂ, ਉਹਨਾਂ ਨੇ ਕਾਬਦਾ ਲਾਇਆ ਹੈ ਜੀ, ਅਪਾਇੰਟਮੈਂਟ ਲੈਟਰ ਹੈ, ਮੈਂ ਉੱਤੇ ਥੋੜੀ ਵਿਖਾਈ ਸੀ ਤੁਹਾਨੂੰ, ਸਿਧਾਰਥ ਸ਼ੰਕਰ ਸ਼ਰਮਾ ਪ੍ਰੋਫੈਸ਼ਨਲ ਐਡਵਾਈਜ਼ਰ। ਹੁਣ ਇਹਨੇ ਪ੍ਰੋਫੈਸ਼ਨਲ ਐਡਵਾਈਸ ਦੇਣੀ ਕਿਹਨੂੰ ਹੈ? ਜਿਨ੍ਹਾਂ ਬੰਦਿਆਂ ਨੂੰ ਇਹ ਪ੍ਰੋਫੈਸ਼ਨਲ ਐਡਵਾਈਸ ਦੇ ਰਹੇ ਹੈ,
ਉਹ ਇੱਕ ਤਾਂ ਜੀ ਆਪਣਾ ਸਟੇਟ ਕੋਆਪਰੇਟਿਵ ਬੈਂਕ, ਜਿਹਦੇ IAS ਅਫਸਰ ਮੈਨੇਜਿੰਗ ਡਾਇਰੈਕਟਰ ਨੇ ਔਰ RCS ਸਾਹਿਬ ਜਿਹੜੇ ਬੜੇ ਗਰਗ ਸਾਹਿਬ ਉਹਨੂੰ ਡਿਪਾਰਟਮੈਂਟ ਨੂੰ ਹੈਂਡਲ ਕਰਦੇ ਆ, ਔਰ ਇਸੇ ਤਰ੍ਹਾਂ ACS ਜਿਹੜਾ ਚੀਫ ਸੈਕਟਰੀ ਲੈਵਲ ਦੇ ਬੰਦੇ ਆ, ਐਡੀਸ਼ਨਲ ਚੀਫ ਸੈਕਟਰੀ, ਉਹ ਹੈਂਡਲ ਕਰਦੇ ਆ। ਫਿਰ ਮਿਲਕਫੈਡ, ਇਹ ਉਹਨੂੰ ਵੀ ਐਡਵਾਈਸ ਦੇਣਗੇ। ਮਿਲਕਫੈਡ ਨੂੰ ਕੌਣ ਕਰ ਰਿਹਾ ਹੈ? ਕਮਰਜੀਤ ਸੰਘਾ, ਜਿਹਨੇ ਸਾਰੀ ਉਮਰ ਕੋਆਪਰੇਟਿਵ ਮੂਵਮੈਂਟ 'ਚ ਕੰਮ ਕੀਤਾ, ਕੋਆਪਰੇਟਿਵ ਮਹਿਕਮੇ 'ਚ ਕੰਮ ਕੀਤਾ ਔਰ IAS ਰਿਟਾਇਰ ਹੋਇਆ, DC ਵੀ ਲੱਗੇ ਰਹੇ। ਹੁਣ ਉਹਨਾਂ ਨੂੰ ਕੀ ਇਹਨਾਂ ਨੇ ਐਡਵਾਈਸ ਦੇਣੀ ਹੈ, ਰੱਬ ਜਾਣਦਾ, ਜਿਹਨੂੰ ਆਪ ਹਿਸਾਬ ਦਾ ਪਤਾ। ਮਾਰਕਫੈਡ 'ਚ ਵਰਮ ਰੋਜਨ ਸੀਨੀਅਰ ਆਈਸ ਅਫਸਰ, ਸ਼ੂਗਰਫੈਡ 'ਚ ਪੁਨੀਤ ਗੋਇਲ IAS ਅਫਸਰ MD, ਇਸੇ ਤਰ੍ਹਾਂ ਐਗਰੀਕਲਚਰ ਡਿਵੈਲਪਮੈਂਟ ਬੈਂਕ 'ਚ ਚੰਦਰਦੇਵ ਮਾਨ। ਇਹ ਜਿੰਨੇ ਮਹਿਕਮੇ ਮੈਂ ਤੁਹਾਨੂੰ ਗਿਣਾ ਰਿਹਾ, ਇਹ ਆਲ ਆਰ ਹੈਡਡ ਬਾਏ IAS ਅਫਸਰ ਵਿਦ, ਜਿਨ੍ਹਾਂ ਦੀ ਸਾਰੀ ਸਰਵਿਸ ਕੋਈ 20 ਸਾਲ 25 ਸਾਲ 30 ਸਾਲ ਤੋਂ ਵੱਧ ਹੋਣੀ, ਘੱਟ ਕਿਸੇ ਦੀ ਨਹੀਂ। ਹੁਣ ਇਹਨਾਂ ਨੂੰ ਜਿਹੜੇ ਮਾਸ਼ੇ ਇੱਕ ਇਲੀਗਲ ਅਪਾਇੰਟਮੈਂਟ ਕਰਕੇ, ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜਿੰਨੇ ਵੀ ਐਡਵਾਈਜ਼ਰ ਲੱਗਦੇ ਆ ਉਹਦੀ ਅਪਰੂਵਲ ਸਿਰਫ ਤੇ ਸਿਰਫ ਕੈਬਨਿਟ ਕਰਦੀ ਹੈ। ਵਿਦਆਊਟ ਕੈਬਨਿਟ ਅਪਰੂਵਲ ਇਲੀਗਲ ਤੌਰ ਤੇ ਖਜ਼ਾਨੇ ਨੂੰ ਖੋਰਾ ਲਾਉਂਦੇ ਹੋਏ ਇੱਕ ਬੰਦੇ ਨੂੰ ਅਪਾਇੰਟ ਕਰਤਾ ਗਿਆ। ਸਿਰਫ ਇਸ ਲਈ ਕੀਤਾ ਗਿਆ ਕਿ ਇਹਦੇ ਨਾਲ ਮੰਤਰੀ ਨੇ ਰਲ ਕੇ ਠੱਗੀ ਮਾਰਨੀ ਹੈ, ਹੋਰ ਕੋਈ ਕਾਰਨ ਨਹੀਂ। ਔਰ ਸ਼ਾਇਦ ਪਹਿਲੀ ਵਾਰੀ ਹੋਇਆ, ਹੁਣ ਤੁਸੀਂ ਆਏ ਹੋ ਵੱਖ-ਵੱਖ ਚੈਨਲਾਂ ਤੋਂ, ਜਿਹੜੇ ਚੈਨਲ ਨਾਲ ਸੰਬੰਧਿਤ ਹੋ, ਤੁਹਾਡੀ ਪੇ ਸਲਿੱਪ ਉਸੇ ਚੈਨਲ ਤੋਂ ਆਉਂਦੀ ਹੈ ਨਾ। ਆ ਕੱਲਾ ਹੀ ਬੰਦਾ ਹੈ, ਸ਼ਾਇਦ ਇਹਦਾ ਵੀ ਰਿਕਾਰਡ ਹੀ ਕਾਇਮ ਕਰਤਾ ਸੁਖੀ ਰੰਧਾਵੇ ਨੇ, ਠੱਗ ਨੇ, ਕਿ ਇਹ 8 ਮਹਿਕਮੇ ਤੋਂ ਸੈਲਰੀ ਰਹੂ। ਤੇ ਸੈਲਰੀ ਕਿੰਨੀ ਆ ਗਈ? 2,60,000 ਰੁਪਈਆ। ਮੇਰਾ ਸਵਾਲ ਹੈ ਕਿ ਇਸ ਬੰਦੇ 'ਚ ਐਡੀ ਖੂਬੀ ਕੀ ਹੈ ਕਿ ਇਹਦੀ ਤਨਖਾਹ ਚੀਫ ਸੈਕਟਰੀ ਨਾਲੋਂ ਵੱਧ, ਇਹਦੀ ਤਨਖਾਹ ਮੁੱਖ ਮੰਤਰੀ ਨਾਲੋਂ ਵੱਧ, ਇਹਦੀ ਤਨਖਾਹ ਮੰਤਰੀਆਂ ਨਾਲੋਂ ਵੱਧ, ਇਹਦੀ ਤਨਖਾਹ MLA ਨਾਲੋਂ ਵੱਧ। ਇਹ ਜਿੰਨੇ ਅਫਸਰ, ਚਾਹੇ ਉਹ ਬਿਊਰੋਕਰੈਟ ਹੈ ਤੇ ਚਾਹੇ ਮੁੱਖ ਮੰਤਰੀ ਸਾਹਿਬ ਹੈ, ਸਭ ਤੋਂ ਦੁੱਗਣੀ ਤਨਖਾਹ ਮਾਸ਼ੇ ਲੈ ਰਹੇ। ਇਹਦੇ 'ਚ ਐਡੀ ਕਾਬਲੀਅਤ ਕਿਹੜੀ ਹੈ? ਜਿਹੜਾ ਇਲੀਗਲ ਆਰਡਰ ਕਰਕੇ ਵਿਦਆਊਟ ਕੈਬਨਿਟ ਅਪਰੂਵਲ ਇਹਨਾਂ ਨੂੰ ਬਲੇਟੈਂਟ ਜਿਹੜੀ ਐਕਸਚੇਕਰ ਦੀ ਲੁੱਟ ਹੋ ਰਹੀ ਹੈ, ਉਹ ਪਿਛਲੇ ਪੌਣੇ 2 ਸਾਲ ਤੋਂ ਜਾਰੀ ਹੈ। ਔਰ ਇਹ ਸਾਰੇ ਚੁੱਪ ਕਿਉਂ ਬੈਠੇ ਰਹੇ ਅਫਸਰ ਸਾਹਿਬਾਨ ਵਿੱਚ? ਇਸ ਲਈ ਇਹਦੀ ਜਿਹੜੀ ਇਲੀਗਲ ਅਪਾਇੰਟਮੈਂਟ ਹੈ, ਜਿਹਦਾ ਕੋਈ ਕੈਬਨਿਟ ਦੀ ਅਪਰੂਵਲ ਨਹੀਂ, ਉਹਦੀ ਇਨਕੁਆਇਰੀ ਹੋ ਕੇ ਪਰਚਾ ਦਰਜ ਹੋ ਕੇ ਪੈਸੇ ਦੀ ਰਿਕਵਰੀ ਹੋਵੇ। ਕਿਉਂਕਿ ਇਸ ਨੂੰ ਕੱਲਾ ਇਸ ਲਈ ਨਹੀਂ ਵਰਤਿਆ ਜਾ ਰਿਹਾ। ਔਰ ਇਹ ਜਿਹੜਾ 2 ਡਿਜਿਟ ਦਾ ਟੈਂਡਰ ਹੋਇਆ ਨਾ, ਉਹਦੇ 'ਚ ਇੱਕ ਮੈਂਬਰ ਸਨ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਪ੍ਰਾਈਵੇਟ ਬੰਦਾ ਹੈ ਉਹਨੂੰ ਮੈਂਬਰ ਤੇ ਇਹਨੂੰ ਕਮੇਟੀ ਦਾ ਮੈਂਬਰ ਮੰਤਰੀ ਨੇ ਕਿੱਥੋਂ ਲਾਤਾ। ਔਰ ਉਸ ਕਮੇਟੀ ਦਾ ਜਿਹੜਾ ਚੇਅਰਮੈਨ ਕਹਿੰਦੇ ਜੇ ਕੋਈ ਲੋੜ ਪੈ ਜਾਏ ਉਹਦੇ ਨਾਲ ਨਾ ਗੱਲ ਕਰਿਓ, ਆਰਡਰ ਹੈ ਥੱਲੇ, ਆਪੇ ਵਿਖਾ ਦਿਓ ਆਰਡਰ ਅਗਲਾ। ਕਹਿੰਦੇ ਆਫਿਸਰਸ ਰਿਜ਼ਰਵ ਦ ਰਾਈਟ ਟੂ ਪੋਸਟਪੋਨ or reject any of the offers without assessing any reason. Should you have any questions or concerned about any above mentioned details, please contact Siddharth Sharma, advisor, Department of Corporation. ਉਹਦਾ ਨੰਬਰ ਵੀ ਦੇਤਾ for clarification before bidding. ਮਤਲਬ ਕਿ ਇਹ ਜਿਹੜੀ ਠੱਗੀ ਮਾਰਨੀ ਹੈ, ਇਹਦੀ ਸਲਾਹ ਜੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਹਾਨੂੰ ਚੇਅਰਮੈਨ ਕਮੇਟੀ ਬਣੀ ਆ, ਉਹ ਚੇਅਰਮੈਨ ਨੂੰ ਨਹੀਂ ਪੁੱਛਣ ਦੀ ਲੋੜ ਕਮੇਟੀ ਦੇ, ਇਹਨੂੰ ਪੁੱਛਿਓ ਜਿਹੜਾ ਇਲੀਗਲੀ ਅਪਾਇੰਟਡ ਹੈ, ਜਿਹਨੂੰ ਗੱਡੀ ਵੀ ਦਿੱਤੀ ਹੈ, ਤੇਲ ਦਾ ਖਰਚਾ ਵੀ ਹੋ ਰਿਹਾ, ਗੱਡੀ ਵੀ ਦਿੱਤੀ ਉਹਨੂੰ 28-30 ਲੱਖ ਦੀ, 2,60,000 ਰੁਪਈਆ ਨੂੰ 8 ਮਹਿਕਮਿਆਂ ਤੋਂ ਵੀ ਜਾ ਰਿਹਾ। ਔਰ ਜਿਹੜੇ ਮਹਿਕਮਿਆਂ ਤੋਂ ਜਾ ਰਿਹਾ ਉਹ ਕਈ ਮਹਿਕਮਿਆਂ ਦੇ ਤਾਂ ਆਪ ਵਿਚਾਰਿਆਂ ਦੀ ਤਨਖਾਹ ਦੇਣ ਦੇ ਆਪਣੇ ਸਟਾਫ ਨੂੰ ਪੈਸੇ ਨਹੀਂ ਹੈ। ਆ ਮਹਿਕਮੇ ਪਿੱਛੇ ਸੱਚ ਆ PADB ਮਹਿਕਮੇ ਤੋਂ ਵੀ ਇਹਨਾਂ ਨੂੰ ਜਾ ਰਹੀ ਹੈ 20,000 ਰੁਪਈਆ ਤੇ PADB ਮਹਿਕਮੇ ਨੇ 213 ਕਰੋੜ ਕੋਆਪਰੇਟਿਵ ਬੈਂਕ ਤੋਂ ਪੈਸੇ ਲਏ ਨਬਾਰਡ ਨੂੰ ਰੀਪੇ ਕਰਨ ਵਾਸਤੇ। ਤਾਂ ਫਿਰ ਇਹ ਜੇ ਬੰਦੇ ਨੂੰ ਤੁਸੀਂ ਲਾਇਆ ਕਿਉਂ?
ਜਿਹੜਾ ਅੱਗੇ ਖਰਚੇ ਦਾ ਘਰ ਪੈਦਾ ਹੋ ਰਿਹਾ, ਇੱਕ ਪਾਸੇ ਤਾਂ ਤੁਸੀਂ ਲੋਨ ਲੈ ਰਹੇ ਹੋ ਆਪਦੇ ਬੈਂਕ ਦੀ ਅਦਾਇਗੀ ਪੂਰੀ ਕਰਨ ਵਾਸਤੇ ਤੇ ਦੂਜੇ ਪਾਸੇ ਉਹਨੂੰ ਲਾ ਰਹੇ ਹੋ। ਫਿਰ ਇਸੇ ਤਰ੍ਹਾਂ ਇਹ PICT ਇਹ ਜਿਹੜਾ ਚੈੱਕ ਕਰਾਇਓ ਕਿ ਇਹਦੀ ਆਮਦਨ ਕੀ ਹੈ, ਆਪ ਬਿਲਕੁਲ ਕੰਮ ਖਤਮ, ਨੋ ਸੋਰਸ ਆਫ ਇਨਕਮ, ਨੋ ਸਰਪਲਸ ਫੰਡ। ਫਿਰ ਦੂਜਾ ਮਹਿਕਮਾ ਜਿਹੜਾ ਇਹਨੂੰ ਤਨਖਾਹ ਦੇ ਰਿਹਾ ਪਨਕੋ ਫੈਡ, ਨੋ ਸੋਰਸ ਆਫ ਰੈਵਨਿਊ, ਨੋ ਸਰਪਲਸ ਫੰਡ। ਇਸੇ ਤਰ੍ਹਾਂ ਸ਼ੂਗਰ ਫੈਡ, ਉਹਦੇ ਤੋਂ ਤਨਖਾਹ ਦਿੱਤੀ ਜਾ ਰਹੀ ਹੈ ਤੇ 600 ਕਰੋੜ ਰੁਪਏ ਦਾ ਗੰਨੇ ਦੇ ਕਿਸਾਨਾਂ ਦਾ ਬਕਾਇਆ 2.5 ਸਾਲ ਦਾ 2 ਸਾਲ ਦਾ ਆ ਬਾਜਵਾ ਸਾਹਿਬ ਨੇ ਵੀ ਚਿੱਠੀ ਲਿਖੀ ਆ ਤੇ ਉਹ ਪੈਸੇ ਦੇ ਦਿੰਦੇ, ਮਗਰ ਉਹ ਜੇ ਕਿਸਾਨਾਂ ਦੀ ਹੱਕ ਦੀ ਕਮਾਈ ਦੇ ਪੈਸੇ ਦਿੱਤੇ ਨਹੀਂ ਜਾ ਰਹੇ, ਮਗਰ ਮਨਮਰਜ਼ੀਆਂ ਕਰਨ ਵਾਸਤੇ ਜਿਹੜਾ ਬੰਦੇ ਆ ਰਲ ਕੇ ਮੰਤਰੀ ਨਾਲ ਸੁੱਖੀ ਚੋਰ ਨਾਲ ਰਲ ਕੇ ਕੋਈ ਲੁੱਟ ਕਰਾ ਸਕੇ ਉਹਦੀ ਅਪਾਇੰਟਮੈਂਟ ਇੱਥੇ ਕੀਤੀ ਜਾ ਰਹੀ ਹੈ ਅਗੇਂਸਟ ਆਲ ਨੋਰਮਸ। ਕੋਈ ਵੀ ਐਡਵਾਈਜ਼ਰ ਜੇ ਲੱਗਦਾ CM ਸਾਹਿਬ ਦੀ ਅਪਰੂਵਲ ਤੋਂ ਬਾਅਦ ਉਹ ਕੈਬਨਿਟ 'ਚ ਆਉਂਦਾ, ਕੈਬਨਿਟ 'ਚ ਉਹਦੀ ਸਾਰੀਆਂ ਤਨਖਾਹਾਂ, ਜਿਵੇਂ ਸਾਡੀ ਸਰਕਾਰ ਵੇਲੇ ਬੈਂਸ ਸਾਹਿਬ ਐਡਵਾਈਜ਼ਰ ਲੱਗੇ ਸੀ, ਮੀਡੀਆ ਦੇ ਜਾਂ ਹੋਰ ਲੱਗੇ ਸੀ, ਜਾਂ ਹੁਣ ਦੀ ਸਰਕਾਰ 'ਚ TS ਸ਼ੇਰਗਿੱਲ ਲੱਗੇ ਆ ਜਾਂ ਰਵੀਨ ਠਕਰਾਲ ਲੱਗੇ ਆ, ਤੁਸੀਂ ਇਹ ਵੇਖ ਲਓ। ਔਰ ਰਵੀਨ ਠਕਰਾਲ ਦੀ ਵੀ ਤਨਖਾਹ ਇਹਦੇ ਤੋਂ ਘੱਟ ਹੈ, ਉਹਦੀ ਤਨਖਾਹ ਮੈਂ ਹੁਣੇ ਕੱਢ ਕੇ ਲਿਆਇਆ ਸੀ। ਰਵੀਨ ਠਕਰਾਲ ਦੀ ਤਨਖਾਹ 1.5 ਲੱਖ ਪਰ ਮੰਥ, ਮਗਰ ਇਹ ਭਾਈ ਸਾਹਿਬ ਨੇ ਪਤਾ ਨਹੀਂ ਕਿਹੜੀ ਐਡਵਾਈਸ ਸੁੱਖੀ ਨੂੰ ਦੇਣੀ ਹੈ ਕਿ ਇਹਦੀ ਤਨਖਾਹ 2,60,000 ਰੁਪਏ ਕਰਤੀ ਹੈ ਔਰ ਉਹਨਾਂ ਮਹਿਕਮਿਆਂ ਤੋਂ ਕਰਤੀ ਹੈ ਜਿਨ੍ਹਾਂ ਦੇ ਕੋਲ ਆਪਦੇ ਕੋਲ ਮਹਿਕਮਿਆਂ 'ਚ ਪੈਸੇ ਨਹੀਂ, ਉਹਨਾਂ ਦੇ ਆਪ ਦੇ EMPLOYEES ਕਈ ਥਾਂ ਰੌਲਾ ਪਾਉਂਦੇ ਫਿਰਦੇ। ਔਰ ਇਹ ਮੈਂ ਜੋ ਕੱਢ ਕੇ ਲਿਆਇਆ ਇਹ ਸਿਧਾਰਥ ਸ਼ਰਮਾ ਦੀ ਨਾ, ਜਿਵੇਂ ਲੱਖੀ ਕਬੂਤਰ ਦਾ ਮੈਂ ਰਿਜ਼ਲਟ ਕੱਢਿਆ ਸੀ, ਤੁਸੀਂ ਕੱਢ ਲਿਓ। ਇਹ ਐਕਸ ਇੰਸ਼ੋਰੈਂਸ ਦਾ ਕੰਮ ਕਰਦਾ, ਗਾਰੰਟੀ ਰਿਹਾ ਕੰਪਨੀਆਂ ਨੇ, ਦੋ ਤਿੰਨ ਕੰਪਨੀਆਂ, ਕੋਈ ਮੈਗਨਾ ਹੋ ਗਈ, ਇੱਕ ਅੱਧੀ ਹੋਰ ਹੈ, ਉਹਦੀ ਸਾਰੀ ਡਿਟੇਲ ਮੈਂ ਹੋਰ ਕੱਢ ਕੇ ਲਿਆਉਂਗਾ, ਤੁਸੀਂ ਵੀ ਪਤਾ ਕਰ ਲਿਓ। ਸਿਰਫ ਤੇ ਸਿਰਫ ਇਸ ਨੂੰ ਇਸ ਲਈ ਅਪਾਇੰਟ ਕੀਤਾ ਗਿਆ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਕੇ ਉਹਦਾ ਡਾਇਰੈਕਟ ਬੈਨੀਫਿਟ ਮੰਤਰੀ ਆਪ ਲੈ ਸਕੇ। ਸਿੰਗਲ ਬਿਡਿੰਗ ਟੈਂਡਰ ਜਿਹੜੀ ਅਪਰੂਵ ਹੋਈ ਅਫਸਰਾਂ ਦੇ ਵਿਰੋਧ ਦੇ ਬਾਵਜੂਦ, ਟੈਂਡਰਿੰਗ ਪ੍ਰੋਸੈਸ ਨੂੰ ਖਤਮ ਕਰਕੇ ਈਮੇਲਿੰਗ ਪ੍ਰੋਸੈਸ ਫੋਲੋ ਕੀਤਾ ਜਿਹਦਾ ਕੋਈ ਪ੍ਰੋਸੈਸ ਹੀ ਨਹੀਂ। CBC ਗਾਈਡਲਾਈਨਸ ਦੀ ਧੱਜੀਆਂ ਉਡਾਈਆਂ ਗਈਆਂ। ਔਰ ਹੁਣ ਵੱਡੀ ਗੱਲ ਕਿ ਜਿਹੜਾ ਇਹ ਸਾਰਾ ਕੰਮ ਕਰਾ ਰਿਹਾ ਸੀ ਉਹ ਆਪ ਉਹਦੀ ਅਪਾਇੰਟਮੈਂਟ ਇਲੀਗਲ ਹੈ, ਅਗੇਂਸਟ ਨੋਰਮਸ ਹੈ, ਹਰ ਤਰੀਕੇ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਹਨੂੰ ਲਾਇਆ ਗਿਆ। ਇਹ ਸਾਰਾ ਕੁਝ ਤੁਹਾਡੇ ਕੋਲ ਲੈ ਕੇ ਆਏ। ਦੂਜੀ ਗੱਲ, ਜਿਹੜਾ ਇੱਕ ਬੜਾ ਵੱਡਾ ਫਰਾਡ ਹੋ ਰਿਹਾ ਔਰ ਮੈਂ ਧੰਨਵਾਦੀ ਹਾਂ। ਵੇਖੋ ਅੱਜ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਇਸ ਬਾਬਤ। ਇਹ ਸਾਡੇ ਸਤਿਕਾਰਯੋਗ MP ਸਾਹਿਬ ਗੁਰਜੀਤ ਔਜਲਾ ਜੀ ਨੇ। ਮੇਰਾ ਕਹਿਣ ਦਾ ਭਾਵ ਕਿ ਕੋਵਿਡ ਨੂੰ ਤਾਂ ਇੱਕ ਬਹਾਨਾ ਸਰਕਾਰ ਨੇ ਫੜ ਲਿਆ ਠੱਗੀ ਮਾਰਨ ਦਾ। ਅੱਜ ਗੁਰਜੀਤ ਔਜਲੇ ਨੇ ਵੀ ਸਾਹਿਬ ਨੇ ਚਿੱਠੀ ਲਿਖੀ ਹੈ, ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ। ਇੱਕ ਪਰਚਾ ਦਰਜ ਹੁੰਦਾ ਅੰਮ੍ਰਿਤਸਰ ਤੁੱਲੀ ਲੈਬ ਦੀ ਗੱਲ ਤੁਸੀਂ ਸੁਣੀ ਹੋਣੀ। ਹੁਣ ਤੁੱਲੀ ਲੈਬ ਅਪਰੂਵ ਕਿਹਨੇ ਕਰਾਈ ਉਹ ਜਰਾ ਤੁਸੀਂ ਹੁਣ ਉਹ ਵੀਡੀਓ ਵੇਖ ਲਓ, ਤੁਹਾਡੀ ਤਸੱਲੀ ਹੋ ਜੂਗੀ। ਉਹ ਮਾੜੀ ਜੀ ਦਿਖਾ ਦੇ ਮੇਰਾ ਵੀ। ਇਹ ਭਾਈ ਸਾਹਿਬ ਨੇ OSD to CM ਆ ਸੁਣ ਲਿਓ ਕੀ ਕਹਿ ਰਹੇ ਤੁੱਲੀ ਲੈਬ ਬਾਰੇ। From next week, we are going to start taking tests of private people who can go pay up and get themselves tested and get a clearance. So we are identifying a place in which you drive up in your car, a swab will be taken from your nose, and in the evening you get your report. So we plan to do around 30,000 to 40,000 minimum tests in Amritsar. So we can go up to, and we are planning to increase the testing. Right now, Tulli alone has a test. ਤਾਂ ਬਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਘੇਰਿਆ ਜਾ ਰਿਹਾ ਸਰਕਾਰ ਨੂੰ, ਖਾਸ ਤੌਰ ਤੇ ਨਿਯੁਕਤੀਆਂ ਨੂੰ, ਵੱਖ-ਵੱਖ ਨਿਯੁਕਤੀਆਂ ਜਿਹੜੀਆਂ ਹਾਈ ਪੱਧਰ ਦੇ ਉੱਤੇ ਕੀਤੀਆਂ ਗਈਆਂ ਤੇ ਉਹਨਾਂ ਦੀਆਂ ਤਨਖਾਹਾਂ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਕਿ ਆਖਿਰ ਇੰਨੀਆਂ ਮੋਟੀਆਂ ਤਨਖਾਹਾਂ ਇਹਨਾਂ ਅਧਿਕਾਰੀਆਂ ਨੂੰ ਜਾਂ ਮੁਲਾਜ਼ਮਾਂ ਨੂੰ ਕਿਉਂ ਦਿੱਤੀਆਂ ਜਾ ਰਹੀਆਂ ਨੇ।
ਗੱਲ ਕਰਾਂਗੇ ਬਰਗਾੜੀ ਮਾਮਲੇ ਦਾ। ਅਸੀਂ ਜੋ ਜ਼ਿਕਰ ਕਰ ਰਹੇ ਸੀ, ਫਿਲਹਾਲ ਐਸਆਈਟੀ ਹੀ ਬਰਗਾੜੀ ਮਾਮਲੇ ਦੀ ਜਾਂਚ ਨੂੰ ਜਾਰੀ ਰੱਖੇਗੀ, ਕਿਉਂਕਿ ਸੀਬੀਆਈ ਇੱਕ ਪਟੀਸ਼ਨ ਲੈ ਕੇ ਪਹੁੰਚੀ। ਸੀਬੀਆਈ ਦੀ ਪਟੀਸ਼ਨ ਤੇ ਕੋਈ ਫੈਸਲਾ ਅੱਜ ਨਹੀਂ ਹੋ ਸਕਿਆ ਮੋਹਾਲੀ ਕੋਰਟ ਦੇ ਵਿੱਚ। ਮੋਹਾਲੀ ਕੋਰਟ ਦੇ ਵਿੱਚ ਕਰੀਬ 2 ਘੰਟੇ ਤੱਕ ਇਸ ਪੂਰੇ ਮਾਮਲੇ ਉੱਤੇ ਸੁਣਵਾਈ ਚੱਲੀ ਹੈ। ਸੀਬੀਆਈ ਤੇ ਸਰਕਾਰ ਦੋਵਾਂ ਨੇ ਆਪਣਾ ਪੱਖ ਰੱਖਿਆ। ਹੁਣ 20 ਜੁਲਾਈ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ। ਐਸਆਈਟੀ ਦੀ ਜਾਂਚ ਰੋਕਣ ਦੇ ਲਈ ਸੀਬੀਆਈ ਨੇ ਦਾਖਲ ਕੀਤੀ ਹੈ ਪਟੀਸ਼ਨ। ਦਰਅਸਲ ਐਸਆਈਟੀ ਬਰਗਾੜੀ ਬੇਅਦਬੀ ਮਾਮਲੇ 'ਚ ਜਾਂਚ ਕਰ ਰਹੀ ਹੈ, ਉਸ ਨੂੰ ਅੱਗੇ ਵਧਾ ਰਹੀ ਹੈ। ਪਿਛਲੇ ਕੁਝ ਸਮੇਂ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ, 7 ਡੇਰਾ ਪ੍ਰੇਮੀ ਗ੍ਰਿਫਤਾਰ ਹੋਏ ਨੇ ਤੇ ਉਸ ਤੋਂ ਬਾਅਦ 7 ਤਰੀਕ ਨੂੰ ਸੀਬੀਆਈ ਪਹੁੰਚ ਗਈ ਮੋਹਾਲੀ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਲੈ ਕੇ ਕਿ ਪੰਜਾਬ ਪੁਲਿਸ ਤਾਂ ਇਨਕੁਆਇਰੀ ਕਰ ਹੀ ਨਹੀਂ ਸਕਦੀ, ਕਿਉਂਕਿ ਇਹ ਤਾਂ ਕੇਸ ਸਾਡੇ ਕੋਲ ਹੈ, ਅਸੀਂ ਇਸ ਕੇਸ ਨੂੰ ਕਦੇ ਹੈਂਡਓਵਰ ਕੀਤਾ ਹੀ ਨਹੀਂ ਪੰਜਾਬ ਪੁਲਿਸ ਨੂੰ, ਇਹ ਸੀਬੀਆਈ ਦਾ ਕਹਿਣਾ ਹੈ। ਤੇ ਇਸ ਕਰਕੇ ਦੋ ਏਜੰਸੀਆਂ ਇੱਕੋ ਮਾਮਲੇ ਦੀ ਇਨਵੈਸਟੀਗੇਸ਼ਨ ਕਿਵੇਂ ਕਰ ਸਕਦੀਆਂ ਨੇ, ਇਹ ਗਲਤ ਹੈ, ਗੈਰ ਕਾਨੂੰਨੀ ਹੈ, ਇਹ ਸੀਬੀਆਈ ਦੇ ਵੱਲੋਂ ਕਿਹਾ ਗਿਆ। ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਦਾਲਤ 'ਚ ਪਟੀਸ਼ਨ ਲਗਾਈ ਗਈ ਹੈ। ਅਦਾਲਤ ਦੇ ਵਿੱਚ 2 ਘੰਟੇ ਦੀ ਸੁਣਵਾਈ ਹੋਈ, ਫੈਸਲਾ ਕੋਈ ਨਹੀਂ ਆਇਆ, ਪਰ ਅਗਲੀ ਤਾਰੀਖ ਜ਼ਰੂਰ ਦੇ ਦਿੱਤੀ ਗਈ 20 ਜੁਲਾਈ ਨੂੰ। ਇਸੇ ਮਹੀਨੇ ਦੀ 20 ਤਰੀਕ ਨੂੰ ਜਿਹੜੀ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਵੇਗੀ। ਮਤਲਬ ਸਿੱਧਾ ਜਾਏ ਕਿ ਐਸਆਈਟੀ ਜਿਹੜੀ ਫਿਲਹਾਲ ਜਾਂਚ ਕਰ ਰਹੀ ਹੈ, ਉਹ ਘੱਟੋ ਘੱਟ 20 ਜੁਲਾਈ ਤੱਕ ਤਾਂ ਕਰਦੀ ਰਹੇਗੀ। ਜੀ ਮੈਂ ਹਾਂ ਪੰਕਜ ਕਪਾਹੀ ਔਰ ਅੱਜ ਸਾਡੇ ਨਾਲ ਨੇ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਹੋਏ। ਬ੍ਰਹਮਪੁਰਾ ਜੀ, ਤੁਹਾਡੀ ਟਕਸਾਲੀ ਅਕਾਲੀ ਦਲ, ਤੁਹਾਡੇ ਆਪਣੇ ਸਾਥੀ ਵੀਰ ਦਵਿੰਦਰ ਹੋਰੀ, ਸੇਵਾ ਸਿੰਘ ਸੇਖਵਾ ਹੋਰੀ, ਢੀਂਡਸਾ ਹੋਰਾਂ ਦੇ ਨਾਲ ਚੱਲਣ ਨੂੰ ਤਿਆਰ ਨੇ, ਉਹ ਤੁਹਾਡੀ ਪਾਰਟੀ ਛੱਡ ਕੇ ਉਧਰਲੇ ਪਾਸੇ ਹੋ ਗਏ ਨੇ, ਕਿਵੇਂ ਦੇਖਦੇ ਹੋ? ਵੇਖੋ ਜੀ, ਮੈਂ ਆਪਣੀ ਉਹਨਾਂ ਦੀ ਫੋਟੋ ਵੇਖ ਲਈ। ਤੇ ਸੀਬੀਆਈ ਤੇ ਸਰਕਾਰ ਦੋਵਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ। ਐਸਆਈਟੀ ਦੀ ਜਾਂਚ ਰੋਕਣ ਦੇ ਲਈ ਸੀਬੀਆਈ ਨੇ ਦਾਖਲ ਕੀਤੀ ਸੀ ਪਟੀਸ਼ਨ ਤੇ ਉਸ ਦੇ ਉੱਤੇ ਇਤਰਾਜ਼ ਜਤਾਇਆ ਜਾ ਰਿਹਾ ਸੀਬੀਆਈ ਦੇ ਵੱਲੋਂ। ਸੀਬੀਆਈ ਕਹਿ ਰਹੀ ਹੈ ਕਿ ਆਖਿਰ ਇਸ ਪੂਰੇ ਮਾਮਲੇ ਦੀ ਜਾਂਚ ਕਿਵੇਂ ਕੀਤੀ ਜਾ ਸਕਦੀ ਹੈ ਪੰਜਾਬ ਪੁਲਿਸ ਦੇ ਵੱਲੋਂ, ਜੋ ਉਹਨਾਂ ਦੀ ਐਸਆਈਟੀ ਹੈ ਉਸ ਦੇ ਵੱਲੋਂ, ਕਿਉਂਕਿ ਇਹ ਤਾਂ ਕੇਸ ਸਾਡੇ ਕੋਲ ਹੈਗੇ ਨੇ। ਇਹ 2 ਘੰਟੇ ਤੱਕ ਸੁਣਵਾਈ ਚੱਲੀ ਹੈ। ਤੁਹਾਨੂੰ ਸੁਣਵਾਉਂਦੇ ਹਾਂ ਕੀ ਕੁਝ ਸੁਣਵਾਈ ਦੇ ਉੱਤੇ ਇਸ ਪੂਰੇ ਮਾਮਲੇ ਦੇ ਉੱਤੇ ਬਿਆਨ ਸਾਹਮਣੇ ਆ ਰਹੇ ਹਨ। ਲੈ ਕੇ ਲਗਾਤਾਰ 5 ਸਾਲ ਹੋ ਚੱਲੇ ਨੇ ਤੇ ਲਗਾਤਾਰ ਜਿਹੜੇ ਕੰਟਰੋਵਰਸੀਜ਼ ਹੈ ਉਹ ਲਗਾਤਾਰ ਹੁਣ ਚੱਲ ਰਹੀ। ਹੁਣ ਸੀਬੀਆਈ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਜਦ ਉਹਨਾਂ ਦੀ ਏਜੰਸੀ ਕੰਮ ਕਰ ਰਹੀ ਹੈ ਤੇ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆਪਣੀ ਜਾਂਚ ਜਾਂ ਇਨਵੈਸਟੀਗੇਸ਼ਨ ਕਿਉਂ ਕਰ ਸਕਦੀ। ਇਸ ਤਰ੍ਹਾਂ ਦੀ ਕਈ ਹੁਣ ਅੱਜ ਮੋਹਾਲੀ ਕੋਰਟ 'ਚ ਸੁਣਵਾਈ ਵੀ ਹੋਈ, ਕਰੀਬ 2 ਘੰਟੇ ਅੱਜ ਇਨਵੈਸਟੀਗੇਸ਼ਨ ਚੱਲੀ, ਬਹਿਸ ਹੋਈ ਹੈ ਤੇ ਸਾਡੇ ਨਾਲ 2015 ਦੇ ਜਿਹੜੇ ਗੁਰਦੁਆਰਾ ਉਸ ਟਾਈਮ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਔਰ ਉਹਨਾਂ ਦੇ ਨਾਲ ਦੇ ਜਿਹੜੇ ਪਰਸਨ ਹੈ ਉਹ ਵੀ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਹੁਣ ਜਿਹੜੀ ਸਿਚੁਏਸ਼ਨ ਹੈ ਕਿਸ ਤਰ੍ਹਾਂ ਦੀ ਹੈ। ਰਣਜੀਤ ਸਿੰਘ ਜੀ, ਇਹ ਸਾਰਾ ਹੁਣ ਤੁਸੀਂ ਜਾਣਦੇ ਹੋ, ਸਾਰਾ ਕੇਸ ਹੋ ਰਿਹਾ ਹੁਣ ਸੀਬੀਆਈ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਹੈ। ਹੁਣ ਰਾਮ ਰਹੀਮ ਦਾ ਵੀ ਨਾਂ ਆਇਆ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੈ। ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀ ਹੈ ਹੋਣੀ ਚਾਹੀਦੀ? ਦੇਖੋ ਜੀ, 2015 ਦੇ ਵਿੱਚ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ, ਉਹਦੇ ਨਾਲ ਜਿੱਥੇ ਸਿੱਖ ਕੌਮ ਦੇ ਤਾਂ ਹਿਰਦੇ ਬਲੂੰਦਰੇ ਹੀ ਗਏ ਸੀ, ਹੋਰ ਵੀ ਜਿਹੜੇ ਧਰਮਾਂ ਦੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਸੀਗੇ, ਉਹਨਾਂ ਲੋਕਾਂ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਪਰ ਇੱਕ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੇ ਨਿੱਤ ਜਦੋਂ ਕਿਤੇ ਕੋਈ ਕਾਰਵਾਈ ਕਿਸੇ ਲੀਹ ਤੇ ਪਹੁੰਚਦੀ ਹੈ ਤਾਂ ਕੋਈ ਨਾ ਕੋਈ ਵਿੱਚ ਅੜਿੱਕਾ ਆ ਖੜਾ ਹੁੰਦਾ। ਜਿਵੇਂ ਕਿ ਐਸਆਈਟੀ ਨੇ ਬੰਦਿਆਂ ਨੂੰ ਪਕੜਿਆ, ਚਲਾਨ ਪੇਸ਼ ਕੀਤਾ ਔਰ ਉਹਨਾਂ ਦੀ ਨਿਸ਼ਾਨਦੇਹੀ ਕਰਵਾਈ, ਤਾਂ ਜਿਹੜਾ ਹੈਗਾ ਇਹ ਸੋਚਿਆ ਸੀਗਾ ਵੀ ਸ਼ਾਇਦ ਕੋਈ ਇਨਸਾਫ ਮਿਲੂਗਾ। ਪਰ ਉਹਦੇ ਵਿਚਕਾਰ ਹੀ ਜਿਹੜਾ ਸੀਬੀਆਈ ਵੱਲੋਂ ਉਹਨੂੰ ਜਾਂਚ ਨੂੰ ਰੋਕਣ ਦੀ ਜਿਹੜੀ ਐਪਲੀਕੇਸ਼ਨ ਇੱਥੇ ਸੀਬੀਆਈ ਕੋਰਟ ਮੋਹਾਲੀ ਦੇ ਵਿੱਚ ਲਗਾਈ ਗਈ ਹੈ, ਉਹਦੇ ਨਾਲ ਹੋਰ ਮਨਾਂ ਨੂੰ ਠੇਸ ਪਹੁੰਚਦੀ ਹੈ ਵੀ ਜੇ ਕੋਈ ਕਾਰਵਾਈ ਚੱਲਦੀ ਹੈ ਤਾਂ ਕਿੱਥੇ ਦਾ ਜਿਹੜਾ ਇਨਸਾਫ, ਜਿਨ੍ਹਾਂ ਤੋਂ ਅਸੀਂ ਇਨਸਾਫ ਚਾਹੁੰਦੇ ਆ, ਉਹ ਆਪਣਾ ਹੀ ਫੈਸਲਾ ਕਰਨ ਵਾਸਤੇ ਏਜੰਸੀਆਂ ਹੀ ਭਿੜ ਰਹੀਆਂ ਨੇ ਜਾਂਚ ਪਿੱਛੇ। ਠੀਕ ਹੈ, ਤੇ ਅਸੀਂ ਚਾਹੁੰਦੇ ਵੀ ਇਹ ਆਪਦੀ ਹਉਮੈ ਛੱਡ ਕੇ ਦੋਨਾਂ ਤਰ੍ਹਾਂ ਤੋਂ ਜਾਂਚ ਕੋਈ ਕਰੇ। ਸਾਨੂੰ ਇਨਸਾਫ ਚਾਹੀਦਾ, ਅਸਲੀ ਦੋਸ਼ੀ ਚਾਹੀਦੇ। ਬਿਲਕੁਲ। ਹੁਣ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਸੀਬੀਆਈ ਕਹਿ ਰਹੀ ਹੈ ਕਿ ਅਸੀਂ ਰੋਕ ਨਹੀਂ ਰਹੇ, ਲੇਕਿਨ ਸਾਡੀ ਜਿਹੜੀ ਜਾਂਚ ਹੈ, ਜਿਹੜੀ ਇਨਵੈਸਟੀਗੇਸ਼ਨ ਹੈ, ਹਜੇ ਪੂਰੀ ਨਹੀਂ ਹੋਈ, ਤੇ ਦੂਜੀ ਅਸੀਂ ਏਜੰਸੀ ਕਿਸ ਤਰ੍ਹਾਂ ਕਰ ਸਕਦੀ ਹੈ? जो सीबीआई कह रही है
ਪਰ ਜਾਂਚ ਦੇ ਵਿੱਚ ਕੋਈ ਸਾਹਮਣੇ ਤਾਂ ਅੱਜ ਤੱਕ ਆਇਆ ਨਹੀਂ 2015 ਤੋਂ ਬਾਅਦ ਸਿੱਟ ਨੇ ਕੋਈ ਸਾਹਮਣੇ ਲਿਆਂਦਾ ਸਾਹਮਣੇ ਆ ਚੁੱਕਿਆ। ਇਹ ਜਿਹੜੀ ਸੀਬੀਆਈ ਅੱਜ ਆਈ ਹੈ 2 ਮਹੀਨੇ ਤੋਂ ਲਗਾਤਾਰ ਦੋਸ਼ੀ ਫੜੇ ਜਾ ਰਹੇ ਨੇ। ਜਦੋਂ ਸਰਸੇਵਾਲ ਦਾ ਨਾਂ ਆ ਗਿਆ ਤਾਂ ਸੀਬੀਆਈ ਅੱਜ ਇੱਥੇ ਆ ਗਈ। ਸੀਬੀਆਈ ਨੇ ਕੁਝ ਸਾਹਮਣੇ ਲਿਆਉਂਦੀ, ਅਸੀਂ ਸੀਬੀਆਈ ਨੂੰ ਵੀ ਕਹਿੰਦੇ ਵੀ ਚੰਗਾ ਕਰ ਰਹੇ ਨੇ, ਸਿੱਟ ਨੇ ਚੰਗਾ ਕੀਤਾ, ਅਸੀਂ ਚੰਗੀ ਵਡਿਆਈ ਕਰਦੇ ਹਾਂ ਉਹਦੀ, ਕਿਉਂਕਿ ਜਿਹੜੇ ਕੇਸ ਨੰਗੇ ਹੋ ਰਹੇ ਨੇ, ਦੋਸ਼ੀ ਫੜੇ ਹੋ ਰਹੇ ਨੇ, ਲੋਕਾਂ ਨੂੰ ਤਾਂ ਪਤਾ ਸੀ ਵੀ ਇਹ ਦੋਸ਼ੀ ਹੈ, ਫਿਰ ਲੋਕੀ ਕਹਿੰਦੇ ਵਾਕਈ ਸੱਚ ਹੋ ਰਿਹਾ। ਠੀਕ ਹੈ, ਵਾਕਈ ਸੱਚ ਹੋ ਰਿਹਾ। ਇਸੇ ਕਰਕੇ ਜੋ ਜਾਂਚ ਹੋਈ ਹੈ ਇਹ ਠੀਕ ਹੋਈ ਹੈ। ਸਾਨੂੰ ਇਹ ਨਹੀਂ ਹੈ ਵੀ ਸੀਬੀਆਈ ਕਰੇ ਜਾਂ ਸਿੱਟ ਕਰੇ, ਪਰ ਕੋਈ ਕਰੇ ਤਾਂ ਸਹੀ। ਸਾਨੂੰ ਦੋਸ਼ੀ ਤਾਂ ਮਿਲਣੇ ਚਾਹੀਦੇ ਨੇ, ਦੋਸ਼ੀ ਸਾਹਮਣੇ ਆਉਣੇ ਚਾਹੀਦੇ ਨੇ। ਕਿ 5 ਸਾਲ ਹੋ ਚੱਲੇ 2005 ਸਾਲ ਹੋ ਚੁੱਕੇ। ਕਿਸ ਤਰ੍ਹਾਂ ਦੇ ਇਹੀ ਹੈ ਜੀ, ਜਦੋਂ ਸੀਬੀਆਈ ਨੇ ਆਪਦੀ ਕਲੋਜ਼ਰ ਰਿਪੋਰਟ ਜਿਹੜੀ ਪੇਸ਼ ਕਰਤੀ ਹੈ, ਇਹਦਾ ਮਤਲਬ ਵੀ ਉਹਨਾਂ ਦੀ ਤਾਂ ਜਾਂਚ ਜਿਹੜੀ ਹੈ ਪੂਰੀ ਹੋ ਚੁੱਕੀ ਹੈ। ਉਹ ਤੇ ਫਿਰ ਉਹਨਾਂ ਦਾ ਉਹ ਜਿਹੜਾ ਹੁਣ ਪਤਾ ਨਹੀਂ ਕੀ ਮਨਸ਼ਾ ਹੈ। ਸੀਬੀਆਈ ਕਹਿ ਰਹੀ ਕਿ ਸੁਪਰੀਮ ਕੋਰਟ 'ਚ ਵੀ ਅਸੀਂ ਪਾਈ ਹੋਈ ਹੈ ਜਿਹੜੀ ਐਪਲੀਕੇਸ਼ਨ ਹੈ, ਉਹਦੇ ਵਿੱਚ ਵੀ ਉਹ ਕਹਿ ਰਹੇ ਅਸੀਂ ਕਰ ਰਹੇ। ਉਹਦੇ ਬਾਰੇ ਤਾਂ ਵਕੀਲ ਹੀ ਦੱਸ ਸਕਦੇ, ਸਾਨੂੰ ਕੋਈ ਨੌਲੇਜ ਨਹੀਂ ਉਹਦੇ ਬਾਰੇ। ਠੀਕ ਹੈ, ਤਾਂ ਤੁਸੀਂ ਹੁਣ ਕੀ ਮੰਗ ਕਰਦੇ ਹੋ ਕਿ ਬਈ ਅਸੀਂ ਤਾਂ ਕਹਿੰਦੇ ਜਾਂਚ ਕੋਈ ਵੀ ਕਰੇ, ਜਿਵੇਂ ਐਸਆਈਟੀ ਕਰ ਰਹੀ ਹੈ, ਸਾਡੀ ਹਾਲਤ ਕਿਤੇ ਵਧੀਆ ਕਰ ਰਹੀ ਹੈ, ਜਦੋਂ ਇਨਸਾਫ ਦੇਊਗੀ ਫਿਰ ਠੀਕ ਹੈ ਜੀ। ਹਾਲਤ ਜੇ ਸਹੀ ਦਿਸ਼ਾ ਵੱਲ ਜਿਹੜੀ ਹੈ ਉਹ ਜਾਂਚ ਜਾ ਰਹੀ ਹੈ। ਜਿਹੜੀ ਕੰਪਲੇਨੈਂਟਸ ਨੇ ਜਿਹੜੇ ਹੋਰ ਨੇ ਉਹਨਾਂ ਨੇ ਸਾਫ਼ ਤੌਰ ਤੇ ਕਹਿਣਾ ਕਿ ਰਿਟਨ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਸਾਹਮਣੇ ਨਹੀਂ, ਤੇ 20 ਜੁਲਾਈ ਜਿਹੜੀ ਹੈ ਉਹਦੇ ਜਿਹੜੀ ਡੇਟ ਰੱਖੀ ਗਈ ਹੈ। ਮੋਹਾਲੀ ਤੋਂ ਕੈਮਰਾਮੈਨ